ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਸਾਧ ਅਸਾਧ ਸਾਧ ਵਖਾਣੀਐ। ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀਐ। ਗੁਰਮੁਖ ਭਾਉ ਭਗਤ ਭਗਤ ਪਛਾਣੀਐ। ਗੁਰਮੁਖ ਬ੍ਰਹਮ ਗਿਆਨ ਗਿਆਨੀ ਬਾਣੀਐ। ਗੁਰਮੁਖ ਪੂਰਨ ਮਤ ਸ਼ਬਦ ਨਿਸ਼ਾਣੀਐ। ਗੁਰਮੁਖ ਪੌੜੀ ਪਤ ਪਿਰਮ ਰਸ ਮਾਣੀਐ। ਗੁਰਮੁਖ ਪੌੜੀ ਪਤ ਪਿਰਮ ਰਸ ਮਾਣੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ 19ਵੀਂ ਵਾਰ ਦੀ 15ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ 19ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰਮੁਖਾਂ ਦੇ ਗੁਣਾਂ ਦਾ ਜ਼ਿਕਰ ਕੀਤਾ ਹੈ। ਸੋ ਇਸ ਪੌੜੀ ਦੇ ਵਿੱਚ ਗੁਰਮੁਖਾਂ ਦੇ ਗੁਣ, ਉਹਨਾਂ ਦਾ ਜੀਵਨ, ਗੁਰਮੁਖਾਂ ਦੀ ਮੱਤ, ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਹਨ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਗੁਰਮੁਖ ਸਾਧ ਅਸਾਧ ਸਾਧ ਵਖਾਣੀਐ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਜਿਹੜੇ ਅਸਾਧ ਹਨ, ਸਾਧੇ ਨਹੀਂ ਜਾ ਸਕਦੇ। ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਵਿਕਾਰ ਹਨ ਇਹ ਅਸਾਧ ਹਨ। ਗੁਰਮੁਖ ਇਹਨਾਂ ਅਸਾਧ ਵਿਕਾਰਾਂ ਨੂੰ ਸਾਧ ਲੈਂਦੇ ਹੈ, ਵਸ ਵਿੱਚ ਕਰ ਲੈਂਦੇ ਹੈ। ਜਿਹੜੇ ਜਿੱਤੇ ਨਹੀਂ ਜਾ ਸਕਦੇ, ਗੁਰਮੁਖ ਉਹਨਾਂ ਵਿਕਾਰਾਂ ਨੂੰ ਜਿੱਤ ਲੈਂਦੇ ਹੈ। ਸਾਧ ਵਖਾਣੀ ਹੈ, ਇਸੇ ਕਰਕੇ ਗੁਰਮੁਖਾਂ ਨੂੰ ਸਾਧੂ ਕਿਹਾ ਜਾਂਦਾ ਹੈ। ਗੁਰਮੁਖਾਂ ਦੀ ਮਹਿਮਾ ਬਹੁਤ ਹੈ। ਸਾਧ ਕੀ ਮਹਿਮਾ ਬੇਦ ਨਾ ਜਾਣਹਿ, ਜੇਤਾ ਸੁਨਹਿ ਤੇਤਾ ਬਖਿਆਨਹਿ। ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਇੰਨੀ ਉੱਚੀ ਅਵਸਥਾ 'ਤੇ ਪਹੁੰਚ ਜਾਂਦੇ ਹੈ ਜਿੱਥੇ ਪ੍ਰਭੂ ਦਾ ਅਤੇ ਉਹਨਾਂ ਦਾ ਕੋਈ ਭੇਦ ਨਹੀਂ ਰਹਿ ਜਾਂਦਾ, ਕੋਈ ਫਰਕ ਨਹੀਂ ਰਹਿ ਜਾਂਦਾ, ਇੱਕ ਰੂਪ ਹੋ ਜਾਂਦੇ ਹੈ। ਸੋ ਭਾਈ ਗੁਰਦਾਸ ਜੀ ਫਰਮਾਨ ਕਰਦੇ ਹੈ,
ਕਾਮ ਕ੍ਰੋਧ ਇਤਿਆਦਿਕ ਜਿਹੜੇ ਪੰਜੇ ਦੂਤ ਕਿਸੇ ਪਾਸੋਂ ਜਿੱਤੇ ਨਹੀਂ ਜਾ ਸਕਦੇ, ਗੁਰਮੁਖ ਉਹਨਾਂ ਨੂੰ ਜਿੱਤ ਲੈਂਦੇ ਹੈ। ਇਸੇ ਕਰਕੇ ਗੁਰਮੁਖਾਂ ਨੂੰ ਸਾਧੂ ਕਿਹਾ ਜਾਂਦਾ ਹੈ। ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀਐ। ਗੁਰਮੁਖ ਬੁੱਧ ਵਿਵੇਕ, ਗੁਰਮੁਖਾਂ ਦੇ ਕੋਲ ਵਿਚਾਰ ਦੀ ਬੁੱਧੀ ਹੈ। ਵਿਵੇਕ ਬਿਬ ਏਕ, ਐਸੀ ਬੁੱਧ ਹੈ ਦੋ ਤੋਂ ਇੱਕ ਹੋ ਜਾਂਦੇ ਹੈ, ਭਾਵ ਪਰਮਾਤਮਾ ਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦੇ ਹੈ। ਐਸੀ ਬੁੱਧੀ ਦੇ ਮਾਲਕ ਹਨ। ਆਤਮ ਵਿਸ਼ੈਣੀ ਬੁੱਧੀ ਹੈ ਗੁਰਮੁਖਾਂ ਦੇ ਕੋਲ। ਵਿਵੇਕੀ ਜਾਣੀਐ, ਅਤੇ ਗੁਰਮੁਖਾਂ ਨੂੰ ਵਿਵੇਕੀ ਕਹੀਏ, ਗਿਆਨਵਾਨ ਜਾਣਿਆ ਜਾਂਦਾ ਹੈ। ਗੁਰਮੁਖ ਗਿਆਨਵਾਨ ਹਨ। ਸਤਿਗੁਰੂ ਦਾ ਬਚਨ ਅਸੀਂ ਰੋਜ਼ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਹੈ ਜਿਹੜੇ ਵਿਵੇਕੀ ਸਤਿਪੁਰਸ਼ ਹਨ ਉਹਨਾਂ ਨੂੰ ਜਾ ਕੇ ਪੁੱਛ ਸਾਰ ਅਸਾਰ ਕੀ ਹੁੰਦਾ ਹੈ। ਪੁੱਛੋ ਵਿਵੇਕੀ ਆ ਜਾਏ। ਵਿਵੇਕੀ ਤੋਂ ਭਾਵ ਗਿਆਨਵਾਨ। ਸੋ ਗੁਰਮੁਖ ਗਿਆਨਵਾਨ ਵਿਦਵਾਨ ਜਾਣੀਦੇ ਹੈ। ਗੁਰਮੁਖ ਭਾਉ ਭਗਤ ਭਗਤ ਪਛਾਣੀਐ। ਗੁਰਮੁਖ ਪ੍ਰੇਮਾ ਭਗਤੀ ਕਰਦੇ ਹੈ, ਇਸ ਲਈ ਪ੍ਰਭੂ ਦੇ ਭਗਤ ਪਛਾਣੇ ਜਾਂਦੇ ਹੈ। ਗੁਰਮੁਖ ਸਾਧੂ ਵੀ ਹਨ, ਗੁਰਮੁਖ ਭਗਤ ਵੀ ਹਨ, ਗੁਰਮੁਖ ਸੰਤ ਵੀ ਹਨ। ਗੁਰਮੁਖ ਜਿਹੜੇ ਆ ਉਹ ਸਨਮੁਖ ਹਨ। ਸੋ ਗੁਰਮੁਖਾਂ ਦੇ ਵਿੱਚ ਬਹੁਤ ਵੱਡੇ ਗੁਣ ਹਨ। ਗੁਰਮੁਖ ਬ੍ਰਹਮ ਗਿਆਨ ਗਿਆਨੀ ਬਾਣੀਐ। ਗੁਰਮੁਖਾਂ ਦੇ ਕੋਲ ਬ੍ਰਹਮ ਦਾ ਗਿਆਨ ਹੈ। ਬ੍ਰਹਮ ਗਿਆਨ, ਬ੍ਰਹਮ ਦਾ ਗਿਆਨ ਰੱਖਦੇ ਹੈ। ਗੁਰਮੁਖਾਂ ਦੀ ਬ੍ਰਹਮ ਦ੍ਰਿਸ਼ਟੀ ਹੈ। ਗਿਆਨੀ ਬਾਣੀ ਹੈ, ਅਤੇ ਬਾਣ ਤੋਂ ਭਾਵ ਹੁੰਦਾ ਆਦਤ ਸੁਭਾਅ, ਅਤੇ ਬ੍ਰਹਮ ਗਿਆਨੀਆਂ ਵਾਲਾ ਗੁਰਮੁਖਾਂ ਦਾ ਸੁਭਾਅ ਹੈ। ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਦੇਖਦੇ ਹੈ। ਕੋਈ ਉਹਨਾਂ ਦੀ ਨਜ਼ਰ ਵਿੱਚ ਆਪਣਾ ਪਰਾਇਆ ਨਹੀਂ, ਕੋਈ ਵੈਰੀ ਨਹੀਂ। ਸਭ ਕੋ ਮੀਤ ਹਮੇ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸੋ ਐਸੀ ਦ੍ਰਿਸ਼ਟੀ ਹੁੰਦੀ ਹੈ ਬ੍ਰਹਮ ਗਿਆਨੀ ਸਤਿਪੁਰਸ਼ਾਂ ਦੀ, ਉਹੀ ਗੁਰਮੁਖਾਂ ਦੀ ਦ੍ਰਿਸ਼ਟੀ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਗੁਰਮੁਖ ਨੂੰ ਬ੍ਰਹਮ ਦਾ ਗਿਆਨ ਹੈ ਔਰ ਬ੍ਰਹਮ ਗਿਆਨੀ ਵਾਲੇ ਸੁਭਾਅ ਵਿੱਚ ਹੀ ਵਰਤਦੇ ਹੈ। ਗੁਰਮੁਖ ਪੂਰਨ ਮਤ ਸ਼ਬਦ ਨੀਸਾਣੀਐ। ਗੁਰਮੁਖਾਂ ਦੀ ਪੂਰਨ ਮਤ ਹੈ, ਭਾਵ ਆਤਮ ਵਿਸ਼ੈਣੀ ਮਤ ਹੈ ਗੁਰਮੁਖਾਂ ਦੀ। ਸ਼ਬਦ ਨਿਸ਼ਾਨੀਐ, ਅਤੇ ਸ਼ਬਦ ਦੀ ਨਿਸ਼ਾਨੀ ਹੈ ਉਹਨਾਂ ਦੇ ਕੋਲ। ਗੁਰੂ ਦਾ ਸ਼ਬਦ ਜਿਹੜਾ ਨਾ, ਇਹ ਪਰਵਾਨਾ ਹੈ ਗੁਰਮੁਖਾਂ ਦੇ ਕੋਲ। ਸਦਾ ਹੀ ਸ਼ਬਦ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ। ਇਹ ਨਿਸ਼ਾਨੀ ਹੈ ਗੁਰਮੁਖਾਂ ਦੀ। ਸ਼ਬਦ ਹੀ ਰਸਨਾ ਤੋਂ ਬੋਲਦੇ ਹੈ। ਗੁਰੂ ਦੇ ਸ਼ਬਦ ਰਾਹੀਂ ਉਪਦੇਸ਼ ਦਿੰਦੇ ਹੈ। ਸ਼ਬਦ ਦੇ ਨਾਲ ਸਦਾ ਜੁੜੇ ਰਹਿੰਦੇ ਹੈ। ਉਹਨਾਂ ਦੀ ਮਤ ਪੂਰਨ ਹੈ। ਗੁਰਮੁਖ ਪੌੜੀ ਪਤ ਪਿਰਮ ਰਸ ਮਾਣੀਐ। ਗੁਰਮੁਖ ਪੌੜੀ ਪਤ, ਪਤ ਤੋਂ ਭਾਵ ਇੱਜ਼ਤ ਦੀ ਪੌੜੀ ਚੜ੍ਹਦੇ ਹੈ। ਇਸ ਲੋਕ ਦੇ ਵਿੱਚ ਵੀ ਇੱਜ਼ਤ ਸਤਿਕਾਰ ਪਾਉਂਦੇ ਹੈ, ਪਰਲੋਕ ਦੇ ਵਿੱਚ ਵੀ ਮਾਣ ਸਤਿਕਾਰ ਪਾਉਂਦੇ ਹੈ। ਸੋ ਪਤ ਦੀ ਪੌੜੀ, ਇੱਜ਼ਤ ਦੀ ਪੌੜੀ ਹੈ ਗੁਰਮੁਖਾਂ ਦੇ ਕੋਲ। ਪਿਰਮ ਰਸ ਮਾਣੀਐ, ਅਤੇ ਪਿਆਰੇ ਦੇ ਪ੍ਰੇਮ ਰਸ ਨੂੰ ਸਦਾ ਹੀ ਮਾਣਦੇ ਰਹਿੰਦੇ ਹੈ। ਸਦਾ ਹੀ ਪਿਆਰੇ ਦੇ ਪ੍ਰੇਮ ਰਸ ਨੂੰ ਭੋਗਦੇ ਹੈ। ਪਰਮ ਆਨੰਦ ਦੇ ਵਿੱਚ ਸਦਾ ਹੀ ਲੀਨ ਰਹਿੰਦੇ ਹੈ। 16ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਮੁਖਾਂ ਤੋਂ ਕੀ ਲਾਭ ਪ੍ਰਾਪਤ ਹੁੰਦਾ ਹੈ, ਇਸ ਦਾ ਜ਼ਿਕਰ ਕਰ ਰਹੇ ਹਨ। ਸਚ ਨਾਉ ਕਰਤਾਰ ਗੁਰਮੁਖ ਪਾਈਐ। ਕਰਤਾਰ ਦਾ, ਪਰਮਾਤਮਾ ਦਾ ਸੱਚਾ ਨਾਮ ਗੁਰਮੁਖ ਤੋਂ ਪਾਇਆ ਜਾਂਦਾ ਹੈ।
ਗੁਰਮੁਖ ਆਪ ਨਾਮ ਜਪਦੇ ਹੈ, ਹੋਰਾਂ ਨੂੰ ਜਪਾਉਂਦੇ ਹੈ। ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਨਾਮ ਦੀ ਦਾਤ ਮਿਲਦੀ ਹੈ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਤ ਜਨ ਹਨ ਜਿਹੜੇ ਗੁਰਮੁਖ ਪਿਆਰੇ ਹਨ, ਉਹਨਾਂ ਨੂੰ ਮਿਲ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਅਤੇ ਰਸਨਾ ਦੇ ਨਾਲ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਜੀਵਨ ਸਫਲਾ ਹੁੰਦਾ ਹੈ। ਸੋ ਪਰਮਾਤਮਾ ਦਾ ਸੱਚਾ ਨਾਮ ਗੁਰਮੁਖ ਦੇ ਪਾਸੋਂ ਪਾਇਆ ਜਾਂਦਾ ਹੈ। ਗੁਰਮੁਖ ਓਅੰਕਾਰ ਸ਼ਬਦ ਧਿਆਈਐ। ਗੁਰਮੁਖ ਸਦਾ ਹੀ ਓਅੰਕਾਰ ਪਰਮਾਤਮਾ ਦੇ ਸ਼ਬਦ ਨੂੰ ਧਿਆਉਂਦਾ ਹੈ। ਅਥਵਾ ਗੁਰਮੁਖ ਓਅੰਕਾਰ ਸ਼ਬਦ ਧਿਆਈਐ। ਗੁਰਮੁਖ ਤੋਂ ਸ਼ਬਦ ਦੀ ਵਿਚਾਰ ਸਿੱਖ ਕੇ ਸ਼ਬਦ ਦੇ ਵਿੱਚ ਸਦਾ ਹੀ ਲਿਵ ਲਾਈ ਦੀ ਹੈ। ਗੁਰਮੁਖ ਓਅੰਕਾਰ ਤੋਂ ਭਾਵ ਜੋ ਨਿਰੰਕਾਰ ਹੈ ਪਰਮਾਤਮਾ, ਉਹਦੀ ਸਿਫਤ ਸਲਾਹ ਦਾ ਸ਼ਬਦ ਹੈ। ਗੁਰਮੁਖ ਦੁਆਰਾ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਪ੍ਰਭੂ ਦੀ ਸਿਫਤ ਸਲਾਹ ਸਦਾ ਹੀ ਹੋਰ ਜਿਹੜੇ ਸਿੱਖ ਹੈ, ਜਗਿਆਸੂ ਹੈ, ਉਹ ਗੁਰਮੁਖ ਦੇ ਕੋਲੋਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਸੁਣਦੇ ਹੈ, ਆਪ ਸਿਫਤ ਸਲਾਹ ਕਰਦੇ ਹੈ ਅਤੇ ਸਦਾ ਪਰਮਾਤਮਾ ਨੂੰ ਧਿਆਉਂਦੇ ਹੈ। ਗੁਰਮੁਖ ਸ਼ਬਦ ਵਿਚਾਰ ਸਦਾ ਲਿਵ ਲਾਈਐ। ਗੁਰਮੁਖ ਦੇ ਕੋਲੋਂ ਸ਼ਬਦ ਦੀ ਵਿਚਾਰ ਸੁਣ ਕੇ ਸਦਾ ਹੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਵ ਲਾਈ ਦੀ ਹੈ। ਗੁਰਮੁਖ ਸੱਚ ਅਚਾਰ ਸੱਚ ਕਮਾਈ ਹੈ। ਗੁਰਮੁਖ ਸੱਚ ਅਚਾਰ, ਗੁਰਮੁਖ ਦਾ ਆਚਾਰ ਜੋ ਕਰਤੱਵ ਹੈ ਉਹਦੀ ਕਰਨੀ ਹੈ। ਭਾਈ ਗੁਰਦਾਸ ਜੀ ਕਹਿੰਦੇ ਸੱਚੀ ਹੈ। ਗੁਰਮੁਖ ਤੋਂ ਹੀ ਸਿੱਖ ਕੇ ਸੱਚ ਦੀ ਕਮਾਈ ਕੀਤੀ ਜਾਂਦੀ ਹੈ। ਗੁਰਮੁਖ ਦੱਸਦਾ ਹੈ ਸੱਚ ਦੀ ਕਮਾਈ ਕਿਵੇਂ ਕਰਨੀ ਹੈ। ਸੱਚੇ ਨੂੰ, ਸੱਚੇ ਨਾਮ ਨੂੰ ਆਧਾਰ ਬਣਾਉਣਾ ਹੈ, ਆਸਰਾ ਬਣਾਉਣਾ ਹੈ। ਸੋ ਗੁਰਮੁਖ ਦੇ ਕੋਲੋਂ ਸੱਚ ਕਰਤੱਵ ਸਿੱਖ ਕਰਕੇ ਸੱਚ ਦੀ ਕਮਾਈ ਕੀਤੀ ਜਾਂਦੀ ਹੈ। ਗੁਰਮੁਖ ਮੋਖ ਦੁਆਰ ਸਹਿਜ ਸਮਾਈ ਹੈ। ਗੁਰਮੁਖ ਮੁਕਤੀ ਦਾ ਦੁਆਰਦਾਰ ਦਰਵਾਜ਼ਾ ਹਨ। ਜਿਹੜਾ ਗੁਰਮੁਖਾਂ ਦੇ ਕੋਲ ਜਾਂਦਾ ਹੈ ਉਹ ਮੁਕਤ ਹੋ ਜਾਂਦਾ ਹੈ, ਉਹਦੇ ਬੰਧਨ ਨਾਸ਼ ਹੋ ਜਾਂਦੇ ਹੈ। ਸਹਿਜ ਸਮਾਈ ਹੈ ਅਤੇ ਸਹਿਜ ਅਵਸਥਾ ਦੇ ਵਿੱਚ ਸਮਾ ਜਾਈਦਾ ਹੈ। ਗੁਰਮੁਖਾਂ ਦੀ ਸੰਗਤ ਕਰਦਿਆਂ, ਉਹਨਾਂ ਦੀ ਸੰਗਤ ਮਾਣਦਿਆਂ ਹੋਇਆਂ ਸਹਿਜ ਵਿੱਚ ਲੀਨ ਹੋ ਜਾਈਦਾ ਹੈ। ਗੁਰਮੁਖ ਨਾਮ ਆਧਾਰ ਨਾ ਪਛੋਤਾਈ ਹੈ। ਗੁਰਮੁਖ ਆਪ ਨਾਮ ਦਾ ਆਸਰਾ ਲੈਂਦੇ ਹੈ ਅਤੇ ਕਦੇ ਵੀ ਪਛਤਾਉਂਦੇ ਨਹੀਂ। ਅਥਵਾ ਗੁਰਮੁਖਾਂ ਦੇ ਰਾਹੀਂ ਨਾਮ ਦਾ ਆਸਰਾ ਲਈਦਾ ਹੈ ਅਤੇ ਜਦੋਂ ਨਾਮ ਦਾ ਆਸਰਾ ਲੈ ਲਈਦਾ ਹੈ ਫਿਰ ਅੰਤ ਵੇਲੇ ਪਛਚਾਤਾਪ ਨਹੀਂ ਕਰਨਾ ਪੈਂਦਾ, ਫਿਰ ਅੰਤ ਨੂੰ ਪਛਤਾਵਾ ਨਹੀਂ ਹੁੰਦਾ। ਇਹ ਗੁਰਮੁਖਾਂ ਤੋਂ ਲਾਭ ਮਿਲਦਾ ਹੈ। ਗੁਰਮੁਖ ਆਪ ਸ਼ਬਦ ਵਿੱਚ ਜੁੜੇ ਨੇ, ਸਦਾ ਨਾਮ ਵਿੱਚ ਲਿਵ ਲਾਈ ਹੈ। ਸੱਚਾ ਕਰਤੱਵ ਹੈ ਉਹਨਾਂ ਦਾ। ਉਹ ਆਪ ਮੁਕਤੀ ਦਾ ਦੁਆਰ ਹਨ, ਉਹ ਆਪ ਮੁਕਤ ਹਨ, ਨਾਮ ਦਾ ਆਸਰਾ ਲਿਆ ਹੈ। ਅਤੇ ਜਿਹੜਾ ਕੋਈ ਜਗਿਆਸੂ ਉਹਨਾਂ ਦੇ ਕੋਲ ਜਾਂਦਾ ਹੈ ਉਹਨਾਂ ਨੂੰ ਵੀ ਉਹ ਆਪਣੇ ਵਰਗੇ ਹੀ ਗੁਣ ਸਿਖਾਲ ਦਿੰਦੇ ਹੈ। 17ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹੈ। ਗੁਰਮੁਖ ਪਾਰਸ ਪਰਸ ਪਾਰਸ ਹੋਈ ਹੈ। ਗੁਰਮੁਖ ਪਾਰਸ ਦੇ ਵਾਂਗ ਹਨ। ਗੁਰਮੁਖਾਂ ਨੂੰ ਛੋਹ ਕੇ ਆਪ ਪਾਰਸ ਵਰਗੇ ਹੋ ਜਾਈਦਾ ਹੈ। ਭਾਵ ਗੁਰਮੁਖਾਂ ਨੂੰ ਜਿਹੜਾ ਜਾ ਕੇ ਉਹਨਾਂ ਦੀ ਸੰਗਤ ਵਿੱਚ ਬੈਠਦਾ ਹੈ, ਗੁਰਮੁਖਾਂ ਦੇ ਚਰਨ ਸਪਰਸ਼ ਕਰਦਾ ਹੈ, ਗੁਰਮੁਖਾਂ ਦੀ ਸੰਗਤ ਕਰਦਿਆਂ ਗੁਣਾਂ ਨੂੰ ਸਿੱਖਦਾ ਹੈ, ਉਹ ਗੁਰਮੁਖਾਂ ਵਰਗਾ ਹੀ ਬਣ ਜਾਂਦਾ ਹੈ। ਗੁਰਮੁਖ ਰੂਪੀ ਪਾਰਸ ਨੂੰ ਛੋਹ ਕੇ
ਪਾਰਸ ਬਣ ਜਾਈਦਾ ਹੈ। ਗੁਰਮੁਖ ਹੋਏ ਅਪਰਸ ਦਰਸ ਅਲੋਈਐ। ਗੁਰਮੁਖ ਜਿਹੜੇ ਹੈ ਉਹ ਸੰਸਾਰ ਵੱਲੋਂ ਅਛੋਹ ਰਹਿੰਦੇ ਹੈ। ਅਪਰਸ ਦਾ ਅਰਥ ਸੰਸਾਰ ਦੇ ਵਿੱਚ ਖਚਤ ਨਹੀਂ ਹੁੰਦੇ। ਦਰਸ ਅਲੋਈਐ, ਸਦਾ ਆਪਣੇ ਹਿਰਦੇ ਦੇ ਵਿੱਚ ਨਿਰੰਕਾਰ ਦੇ ਦਰਸ਼ਨਾਂ ਨੂੰ ਵੇਖਦੇ ਰਹਿੰਦੇ ਹੈ। ਗੁਰਮੁਖ ਅੰਤਰਮੁਖੀ ਧਿਆਨ ਰੱਖਦੇ ਹੈ, ਅੰਤਰਾਤਮੇ ਟਿਕੇ ਰਹਿੰਦੇ ਹੈ, ਹਿਰਦੇ ਵਿੱਚੋਂ ਨਿਰੰਕਾਰ ਦੇ ਦੀਦਾਰ ਕਰਦੇ ਹੈ। ਗੁਰਮੁਖ ਬ੍ਰਹਮ ਧਿਆਨ ਦੁਬਿਧਾ ਖੋਈਐ। ਗੁਰਮੁਖਾਂ ਦਾ ਸਦਾ ਹੀ ਬ੍ਰਹਮ ਦੇ ਵਿੱਚ ਧਿਆਨ ਰਹਿੰਦਾ ਹੈ ਅਤੇ ਦੁਬਿਧਾ ਨੂੰ ਆਪਣੇ ਅੰਦਰੋਂ ਉਹਨਾਂ ਨੇ ਖੋਈਐ ਦਾ ਅਰਥ ਦੂਰ ਕਰ ਦਿੱਤਾ ਹੈ। ਗੁਰਮੁਖਾਂ ਦੇ ਅੰਦਰ ਕੋਈ ਦੁਵੈਤ ਨਹੀਂ ਹੁੰਦੀ, ਦੁਬਿਧਾ ਨਹੀਂ ਹੁੰਦੀ, ਇੱਕ ਨਿਰੰਕਾਰ ਦੇ ਧਿਆਨ ਵਿੱਚ ਸਦਾ ਹੀ ਟਿਕੇ ਰਹਿੰਦੇ ਹੈ। ਗੁਰਮੁਖ ਪਰ ਧਨ ਰੂਪ ਨਿੰਦ ਨਾ ਗੋਈਐ। ਗੁਰਮੁਖ ਪਰਾਏ ਧਨ ਨੂੰ ਅਤੇ ਪਰਾਏ ਰੂਪ ਨੂੰ ਨਹੀਂ ਤੱਕਦੇ। ਉਹਨਾਂ ਦੇ ਮਨ ਵਿੱਚ ਇਹ ਨਹੀਂ ਹੁੰਦਾ ਵੀ ਕਿਸੇ ਦਾ ਪਰਾਇਆ ਧਨ ਮਿਲ ਜਾਏ। ਉਹਨਾਂ ਦੀ ਦ੍ਰਿਸ਼ਟੀ ਮੈਲੀ ਨਹੀਂ ਹੁੰਦੀ, ਪਵਿੱਤਰ ਦ੍ਰਿਸ਼ਟੀ ਹੁੰਦੀ ਹੈ। ਸਗੋਂ ਦ੍ਰਿਸ਼ਟੀ ਐਸੀ ਹੁੰਦੀ ਜਿਹਦੇ 'ਤੇ ਦ੍ਰਿਸ਼ਟੀ ਪਾ ਦਿੰਦੇ ਹੈ, ਮਿਹਰ ਕਰ ਦਿੰਦੇ ਹੈ, ਉਹਦੇ ਦੁੱਖਾਂ ਦਾ ਖਾਤਮਾ ਕਰ ਦਿੰਦੇ ਹੈ। ਗੁਰਮੁਖ ਪਰਾਏ ਧਨ ਨੂੰ ਅਤੇ ਪਰਾਏ ਰੂਪ ਨੂੰ ਨਹੀਂ ਤੱਕਦੇ। ਨਿੰਦ ਨਾ ਗੋਈਐ, ਗੁਰਮੁਖ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਦੇ। ਗੋਈਐ ਦਾ ਅਰਥ ਹੁੰਦਾ ਕਹਿਣਾ, ਉਹ ਨਿੰਦਿਆ ਦੇ ਬੋਲ ਨਹੀਂ ਕਹਿੰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਪਵਨ। ਕਿ ਨਿੰਦਿਆ ਕਰਨੀ ਕਿਸੇ ਦੀ ਵੀ ਨਹੀਂ ਚੰਗੀ, ਇਹ ਤਾਂ ਮਨਮੁਖਾਂ ਦਾ ਕੰਮ ਹੁੰਦਾ ਹੈ। ਗੁਰਮੁਖ ਤਾਂ ਰੱਬ ਦੀ ਸਿਫਤ ਕਰਦੇ ਹੈ, ਗੁਰਬਾਣੀ ਗਾਉਂਦੇ ਹੈ, ਕਦੇ ਉਹ ਨਿੰਦਿਆ ਨਹੀਂ ਕਰਦੇ। ਗੁਰਮੁਖ ਅੰਮ੍ਰਿਤ ਨਾਉ ਸ਼ਬਦ ਅਲੋਈਐ। ਗੁਰਮੁਖ ਸਦਾ ਹੀ ਪਰਮਾਤਮਾ ਦਾ ਅੰਮ੍ਰਿਤ ਨਾਮ ਜਪਦੇ ਹੈ। ਸ਼ਬਦ ਵਿਲੋਈਐ, ਵਿਲੋਈਐ ਦਾ ਅਰਥ ਹੁੰਦਾ ਰਿੜਕਣਾ। ਰਿੜਕਣ ਦਾ ਮਤਲਬ ਵਿਚਾਰਨਾ। ਗੁਰਮੁਖ ਸਦਾ ਹੀ ਸ਼ਬਦ ਦੀ ਵਿਚਾਰ ਕਰਦੇ ਹੈ। ਜਦੋਂ 2-4 ਜਣੇ ਇਕੱਠੇ ਹੋ ਜਾਂਦੇ ਹੈ, ਉੱਥੇ ਵੀ ਗੁਰਮੁਖ ਗੁਰੂ ਦੇ ਸ਼ਬਦ ਦੀ ਹੀ ਗੱਲ ਚਲਾਉਂਦੇ ਹੈ। ਉੱਥੇ ਵੀ ਮਿਲ ਕੇ ਸ਼ਬਦ ਦੀ ਵਿਚਾਰ ਕਰਦੇ ਹੈ, ਨਿੰਦਿਆ ਨਹੀਂ ਕਰਦੇ। ਆਮ ਮਨੁੱਖ ਦਾ ਸੁਭਾਅ ਹੈ, ਜਿੱਥੇ 4 ਬੰਦੇ ਇਕੱਠੇ ਹੋ ਗਏ, ਉਹਨਾਂ 4 ਚੋਂ ਜੇਕਰ ਇੱਕ ਚਲਿਆ ਗਿਆ, ਬਾਕੀ ਜਿਹੜੇ 3 ਬਚੇ, ਉਹ ਜਿਹੜਾ ਚਲਿਆ ਗਿਆ ਉਹਦੀ ਨਿੰਦਿਆ ਕਰੀ ਜਾਂਦੇ। ਇਹ ਇੱਦਾਂ ਦਾ ਬੰਦਾ ਜੀ। ਇਸ ਤਰ੍ਹਾਂ ਆਮ ਲੋਕਾਂ ਦਾ ਸੁਭਾਅ ਹੈ, ਪਰ ਗੁਰਮੁਖਾਂ ਦਾ ਸੁਭਾਅ ਹੈ ਉਹ ਸ਼ਬਦ ਦੀ ਵਿਚਾਰ ਕਰਦਾ ਹੈ, ਸੱਚੇ ਨਾਮ ਨੂੰ ਜਪਦਾ ਹੈ। ਗੁਰਮੁਖ ਹੱਸਦਾ ਜਾਏ ਅੰਤ ਨਾ ਰੋਈਐ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਗੁਰਮੁਖ ਹੱਸਦਾ ਹੋਇਆ ਸੰਸਾਰ ਤੋਂ ਜਾਂਦਾ ਹੈ। ਉਹ ਅੰਤ ਵੇਲੇ ਰੋਂਦਾ ਨਹੀਂ, ਕਦੇ ਨਹੀਂ ਰੋਂਦਾ। ਸਿਮਰਨ, ਬੰਦਗੀ, ਸੇਵਾ, ਪਰਉਪਕਾਰ ਦਾ ਸਦਕਾ ਉਹ ਹੱਸਦਾ ਜਾਂਦਾ ਦੁਨੀਆ ਤੋਂ। ਰੋਂਦੇ ਤਾਂ ਉਹ ਨੇ ਜਿਹੜੇ ਪਾਪ ਕਰਮਾਂ ਨੂੰ ਕਰਦੇ ਹੈ, ਸਾਖਤ ਪੁਰਸ਼, ਮਨਮੁਖ ਪੁਰਸ਼। ਉਹ ਸਾਰਾ ਜੀਵਨ ਵੀ ਰੋਂਦੇ ਰਹਿੰਦੇ ਹੈ, ਅੰਤ ਵੇਲੇ ਵੀ ਰੋਂਦੇ ਹੈ, ਪਰਲੋਕ ਵਿੱਚ ਵੀ ਰੋਣਾ ਹੀ ਪੱਲੇ ਉਹਨਾਂ ਦਾ। ਗੁਰਮੁਖ ਹੱਸਦਾ ਹੋਇਆ ਜਾਂਦਾ ਹੈ, ਅੰਤ ਵੇਲੇ ਉਹ ਕਦੇ ਵੀ ਰੋਂਦਾ ਨਹੀਂ। ਅਗਿਆਨੀਆਂ ਵਾਂਗੂ ਉਹ ਵਿਰਲਾਪ ਨਹੀਂ ਕਰਦਾ। ਉਹ ਰੱਬ ਦੀ ਰਜਾ ਨੂੰ ਸਿਰ ਮੱਥੇ ਮੰਨਦਾ ਹੈ। ਹੋਏ ਮੁਸਲਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ। ਰੱਬ ਕੀ ਰਜਾਏ ਮੰਨੇ, ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ। ਉਹ ਰੱਬ ਦੀ ਰਜਾ ਨੂੰ ਸਿਰ ਮੱਥੇ ਮੰਨਦਾ ਹੈ। 18ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਮੁਖਾਂ ਦਾ ਹੀ ਜ਼ਿਕਰ ਕਰ ਰਹੇ ਹੈ। ਗੁਰਮੁਖ ਪੰਡਤ ਹੋਏ ਜਗ ਪ੍ਰਬੋਧੀਐ। ਇੱਥੇ ਪੰਡਤ ਦਾ ਅਰਥ ਹੈ ਵਿਦਵਾਨ। ਗੁਰਮੁਖ ਵਿਦਵਾਨ ਹੋ ਕਰਕੇ ਜਗ ਪ੍ਰਬੋਧੀਐ, ਜਗਤ ਨੂੰ, ਸੰਸਾਰ ਨੂੰ ਪ੍ਰਬੋਧੀਐ ਦਾ ਅਰਥ ਸਮਝਾਉਂਦੇ ਹੈ, ਗਿਆਨ ਦਿੰਦੇ ਹੈ।
ਪਹਿਲੋਂ ਆਪਣੇ ਮਨ ਨੂੰ ਸਮਝਾਇਆ ਹੁੰਦਾ ਗੁਰਮੁਖਾਂ ਨੇ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰੀਝਾਵੈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਪਹਿਲੋਂ ਆਪਣੇ ਮਨ ਨੂੰ ਬੰਦਾ ਸਮਝਾਵੇ। ਬੰਦੇ ਦਾ ਮਨ ਸਮਝ ਗਿਆ, ਸਥਿਰ ਹੋ ਗਿਆ, ਅਤੇ ਫਿਰ ਹੋਰਾਂ ਨੂੰ ਉਪਦੇਸ਼ ਦੇਵੇ, ਸਿੱਖਿਆ ਦੇਵੇ। ਗੁਰਮੁਖ ਵਿਦਵਾਨ ਹਨ, ਐਸੇ ਵਿਦਵਾਨ ਹਨ ਸਾਰੇ ਜਗਤ ਨੂੰ ਪ੍ਰਬੋਧਦੇ ਹੈ, ਭਾਵ ਸਿੱਖਿਆ ਦਿੰਦੇ ਹੈ, ਗਿਆਨ ਦਿੰਦੇ ਹੈ। ਗੁਰਮੁਖ ਆਪ ਗਵਾਏ ਅੰਦਰ ਸੋਧੀਐ। ਗੁਰਮੁਖ ਆਪਾ ਭਾਵ ਗਵਾ ਕੇ ਮੈਂ ਮੇਰੀ ਨੂੰ ਦੂਰ ਕਰਕੇ ਆਪਣੇ ਅੰਤःਕਰਨ ਨੂੰ ਸ਼ੁੱਧ ਰੱਖਦੇ ਹੈ। ਅੰਦਰ ਸੋਧੀਐ ਮਤਲਬ ਆਪਣੇ ਅੰਦਰ ਨੂੰ ਸੋਧ ਕੇ ਰੱਖਦੇ ਹੈ। ਜਿੱਥੇ ਬਾਹਰ ਦੀ ਰਹਿਤ ਬਹਿਤ ਰੱਖਦੇ ਹੈ, ਉਹ ਆਪਣੇ ਮਨ ਨੂੰ ਵੀ ਸ਼ੁੱਧ ਰੱਖਦੇ ਹੈ। ਤਨ ਦੀ ਪਵਿੱਤਰਤਾ ਰੱਖਣੀ ਵੀ ਲਾਜ਼ਮੀ ਹੈ ਅਤੇ ਮਨ ਦੀ ਪਵਿੱਤਰਤਾ ਰੱਖਣੀ ਵੀ ਲਾਜ਼ਮੀ ਹੈ। ਅੰਦਰੋਂ ਬਾਹਰੋਂ ਨਿਰਮਲ ਹੋਣਾ ਹੈ। ਸੋ ਗੁਰਮੁਖ ਵਿਦਵਾਨ ਹਨ, ਸੰਸਾਰ ਨੂੰ ਸਿੱਖਿਆ ਦਿੰਦੇ ਹੈ। ਅਤੇ ਗੁਰਮੁਖਾਂ ਦੇ ਕੋਲ ਜਿਹੜਾ ਗਿਆਨ ਹੁੰਦਾ ਉਹ ਅਨੁਭਵੀ ਗਿਆਨ ਹੁੰਦਾ ਹੈ। ਜਿਵੇਂ ਇੱਕ ਖੂਹ ਹੁੰਦਾ ਹੈ, ਉਹਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ। ਜਿਵੇਂ ਜਿਵੇਂ ਖੂਹ ਵਿੱਚੋਂ ਪਾਣੀ ਕੱਢੀ ਜਾਓਗੇ ਹੋਰ ਉਹ ਮਿੱਠਾ ਨਿਕਲਦਾ ਆਵੇਗਾ, ਮੁੱਕਦਾ ਨਹੀਂ। ਇੱਕ ਪਾਣੀ ਹੈ ਉਹ ਟੈਂਕੀ ਦਾ ਹੈ, ਉਹ ਜਿੰਨਾ ਵਰਤੀ ਜਾਵਾਂਗੇ ਉਹ ਸੀਮਤ ਉਹਨੇ ਮੁੱਕ ਜਾਣਾ ਹੈ। ਗੁਰਮੁਖ ਜਿਹੜੇ ਹੈ ਨਾ, ਅਨੁਭਵੀ ਗਿਆਨ ਹੈ ਉਹਨਾਂ ਦੇ ਕੋਲ, ਔਰ ਐਸਾ ਗਿਆਨ ਜਿਹੜਾ ਸਦਾ ਹੀ ਵੱਧਦਾ ਫੁੱਲਦਾ ਰਹਿੰਦਾ ਹੈ। ਜਿਵੇਂ ਜਿਵੇਂ ਉਹ ਜੀਵਨ ਸਫਰ ਵਿੱਚ ਅੱਗੇ ਵੱਧਦੇ ਜਾਂਦੇ ਹੈ, ਹੋਰ ਮਿਠਾਸ ਹੋਰ ਰਸ ਉਹਨਾਂ ਦੀ ਰਸਨਾ ਦੇ ਵਿੱਚ ਵਾਹਿਗੁਰੂ ਬਖਸ਼ਿਸ਼ ਕਰਦਾ ਹੈ। ਸੋ ਗੁਰਮੁਖ ਵਿਦਵਾਨ ਹਨ, ਸੰਸਾਰ ਨੂੰ ਸਿੱਖਿਆ ਦਿੰਦੇ ਹੈ, ਆਪਾ ਭਾਵ ਗਵਾ ਕੇ ਆਪਣੇ ਅੰਦਰ ਨੂੰ ਮਨ ਨੂੰ ਸ਼ੁੱਧ ਕਰਦੇ ਹੈ। ਗੁਰਮੁਖ ਸਤ ਸੰਤੋਖ ਨਾ ਕਾਮ ਕ੍ਰੋਧੀਐ। ਗੁਰਮੁਖਾਂ ਦੇ ਕੋਲ ਸਤ ਹੈ, ਸੰਤੋਖ ਹੈ, ਸਦਾ ਹੀ ਸਤ ਅਤੇ ਸੰਤੋਖ ਰੱਖਦੇ ਹੈ ਗੁਰਮੁਖ। ਨਾ ਕਾਮ ਕ੍ਰੋਧੀਐ, ਕਾਮ ਕ੍ਰੋਧ ਵਿੱਚ ਨਹੀਂ ਫਸਦੇ, ਵਿਕਾਰਾਂ ਵਿੱਚ ਕਦੇ ਵੀ ਗੁਰਮੁਖ ਪਿਆਰੇ ਨਹੀਂ ਫਸਦੇ ਹਨ। ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧੀਐ। ਗੁਰਮੁਖ ਨਿਰਵੈਰ ਹੋ ਕੇ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ, ਕਿਸੇ ਨਾਲ ਵੈਰ ਨਹੀਂ ਪਾਲਦੇ, ਕਿਉਂਕਿ ਜੋ ਰੱਬੀ ਗੁਣ ਹੈ ਨਾ ਨਿਰਵੈਰ, ਪਰਮਾਤਮਾ ਆਪ ਵੈਰ ਤੋਂ ਰਹਿਤ, ਕਿਸੇ ਨਾਲ ਉਹਦਾ ਵੈਰ ਨਹੀਂ। ਇਸੇ ਤਰ੍ਹਾਂ ਗੁਰਮੁਖਾਂ ਦਾ ਵੀ ਕਿਸੇ ਨਾਲ ਵੈਰ ਨਹੀਂ ਹੈ। ਗੁਰਮੁਖ ਕਿਸੇ ਨਾਲ ਵੈਰ ਨਹੀਂ ਕਰਦੇ, ਕਿਸੇ ਨਾਲ ਵਿਰੋਧ ਨਹੀਂ ਕਰਦੇ। ਚਹੁਵਰ ਨਾ ਉਪਦੇਸ ਸਹਿਜ ਸਮੋਧੀਐ। ਚੌਹਾਂ ਵਰਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਆ ਜਾਵੇ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਸਾਰਿਆਂ ਨੂੰ ਹੀ ਉਪਦੇਸ਼ ਦਿੰਦੇ ਹੈ। ਕਿਉਂਕਿ ਪਹਿਲਾਂ ਨਾ ਪੁਰਾਣੇ ਸਮੇਂ ਵਿੱਚ ਐਸਾ ਸੀ, ਜਿਹੜੇ ਉਸਤਾਦ ਹੁੰਦੇ ਸੀ ਨਾ ਪੜ੍ਹਾਉਣ ਵਾਲੇ, ਸਿੱਖਿਆ ਦੇਣ ਵਾਲੇ, ਉਹ ਖਾਸ ਕਰਕੇ ਸ਼ੂਦਰਾਂ ਨੂੰ ਸਿੱਖਿਆ ਨਹੀਂ ਸੀ ਦਿੰਦੇ। ਤੁਸੀਂ ਸ਼ੂਦਰ ਹੋ, ਤੁਹਾਨੂੰ ਨਹੀਂ ਪੜ੍ਹਾਉਣਾ, ਤੁਸੀਂ ਨੀਵੀਂ ਜਾਤ ਦੇ ਹੋ, ਤੁਹਾਨੂੰ ਵਿੱਦਿਆ ਨਹੀਂ ਦੇਣੀ। ਸ਼ਸਤਰ ਵਿੱਦਿਆ ਦੇ ਜਿਹੜੇ ਗੁਣ ਹੁੰਦੇ ਸੀ, ਉਹ ਵੀ ਸ਼ਸਤਰ ਵਿੱਦਿਆ ਦੇ ਉਸਤਾਦ ਜਿਹੜੇ ਹੁੰਦੇ ਸੀ ਉਹਨਾਂ ਨੂੰ ਨਹੀਂ ਸੀ ਸਿਖਾਉਂਦੇ। ਭਾਰਤ ਦੇ ਵਿੱਚ ਆਪਾਂ ਪੜ੍ਹਦੇ ਹਾਂ, ਦਰੋਣਾਚਾਰਿਆ 5 ਪਾਂਡਵਾਂ ਨੂੰ ਸ਼ਸਤਰ ਵਿੱਦਿਆ ਸਿਖਾਉਂਦਾ ਹੈ, ਅਤੇ ਜਦੋਂ ਏਕਲਵਯ ਸਿੱਖਣ ਆਉਂਦਾ ਹੈ ਤਾਂ ਉਸ ਨੂੰ ਤੋਰ ਦਿੱਤਾ ਜਾਂਦਾ ਹੈ ਕਿ ਮੈਂ ਤੈਨੂੰ ਇਹ ਵਿੱਦਿਆ ਨਹੀਂ ਸਿਖਾਉਣੀ, ਕਿਉਂਕਿ ਤੂੰ ਛਤਰੀ ਨਹੀਂ। ਅਤੇ ਫਿਰ ਉਹ ਏਕਲਵਯ ਕੀ ਕਰਦਾ ਹੈ, ਜੰਗਲ ਵਿੱਚ ਜਾ ਕੇ ਨਾ ਦਰੋਣਾਚਾਰਿਆ ਦੀ ਮੂਰਤੀ ਬਣਾ ਕੇ ਉਹਦੇ ਸਾਹਮਣੇ ਅਭਿਆਸ ਕਰਨਾ ਸ਼ੁਰੂ ਕਰ ਦਿੰਦਾ ਹੈ।
ਤੀਰਅੰਦਾਜ਼ੀ ਕਰਦਾ ਹੈ। ਅਭਿਆਸ ਕਰਦਾ ਕਰਦਾ ਨਾ ਉਹ ਬਹੁਤ ਵੱਡਾ ਧਨੁਸ਼ਧਾਰੀ ਬਣ ਜਾਂਦਾ ਹੈ। ਇੱਧਰ ਦਰੋਣਾਚਾਰਿਆ ਨੇ ਅਰਜਨ ਨੂੰ ਵਰ ਦੇ ਦਿੱਤਾ ਵੀ ਤੇਰੇ ਵਰਗਾ ਕੋਈ ਤੀਰਅੰਦਾਜ਼ ਨਹੀਂ ਦੁਨੀਆ 'ਤੇ। ਅਤੇ ਜਦੋਂ ਇੱਕ ਦਿਨ ਜੰਗਲ ਵਿੱਚ ਗਏ ਤਾਂ ਉੱਥੇ ਏਕਲਵਯ ਮਿਲਿਆ। ਇੱਕ ਕੁੱਤਾ ਭੌਂਕਿਆ, ਇੱਕ ਤੀਰ ਦੇ ਨਾਲ ਹੀ ਏਕਲਵਯ ਨੇ ਉਹਦਾ ਮੂੰਹ ਭਰ ਦਿੱਤਾ ਤੀਰਾਂ ਨਾਲ। ਇੰਨੀ ਤੇਜ਼ੀ ਨਾਲ ਤੀਰ ਚਲਾਏ, ਅਰਜਨ ਹੈਰਾਨ ਹੋ ਗਿਆ। ਉਹਨੇ ਆਪਣੇ ਗੁਰੂ ਦਰੋਣਾਚਾਰ ਨੂੰ ਕਿਹਾ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਤੇਰੇ ਵਰਗਾ ਕੋਈ ਤੀਰ ਨਹੀਂ ਚਲਾ ਸਕਦਾ, ਜਿੰਨਾ ਨਿਸ਼ਾਨਾ ਤੇਰਾ ਹੈ ਇਹ ਤਾਂ ਮੇਰੇ ਤੋਂ ਵੀ ਵੱਡਾ ਹੈ। ਦਰੋਣਾਚਾਰਿਆ ਆਪ ਆਇਆ ਏਕਲਵਯ ਦੇ ਕੋਲ। ਏਕਲਵਯ ਨੇ ਉਹਦੇ ਚਰਨਾਂ 'ਤੇ ਮੱਥਾ ਟੇਕਿਆ, ਪੁੱਛਿਆ ਤੇਰਾ ਉਸਤਾਦ ਕੌਣ ਹੈ? ਏਕਲਵਯ ਨੇ ਕਿਹਾ ਜੀ ਤੁਸੀਂ ਹੋ। ਦਰੋਣਾਚਾਰ ਕਹਿੰਦਾ ਮੈਂ ਤਾਂ ਸਿਖਾਇਆ ਨਹੀਂ। ਕਹਿੰਦਾ ਤੁਸੀਂ ਭਾਵੇਂ ਮਨਾ ਕਰ ਦਿੱਤਾ ਸੀ, ਪਰ ਮੈਂ ਤੁਹਾਡੀ ਮੂਰਤੀ ਜੰਗਲ 'ਚ ਬਣਾ ਕੇ ਤੀਰ ਵਿੱਦਿਆ ਦਾ ਅਭਿਆਸ ਕਰਦਾ ਰਿਹਾ। ਬੜਾ ਚਲਾਕ ਸੀ ਦਰੋਣਾਚਾਰਿਆ। ਕਹਿੰਦਾ ਠੀਕ ਹੈ, ਜੇ ਤੂੰ ਮੈਨੂੰ ਗੁਰੂ ਮੰਨਿਆ ਤਾਂ ਮੈਨੂੰ ਦਛਣਾ ਦੇ, ਗੁਰੂ ਦਛਣਾ। ਏਕਲਵਯ ਕਹਿੰਦਾ ਦੱਸੋ ਕਿਹੜੀ ਦਛਣਾ ਲੈਣੀ ਹੈ? ਉਹ ਕਹਿੰਦਾ ਵੀ ਆਪਣੇ ਸੱਜੇ ਹੱਥ ਦਾ ਅੰਗੂਠਾ ਦੇ ਦੇ ਵੱਢ ਕੇ। ਇੰਨੀ ਚਲਾਕੀ। ਅਤੇ ਏਕਲਵਯ ਨੇ ਕੁਛ ਨਹੀਂ ਵੇਖਿਆ, ਉਹਨੇ ਆਪਣੇ ਸੱਜੇ ਹੱਥ ਦਾ ਅੰਗੂਠਾ ਵੱਢ ਕੇ ਦੇ ਦਿੱਤਾ। ਹੁਣ ਤੁਸੀਂ ਆਪ ਸਿਆਣੇ ਹੋ, ਜਦੋਂ ਤੀਰ ਚਲਾਉਣਾ ਹੈ, ਤੀਰ ਦੀ ਬਾਗੜ ਨੂੰ ਪਕੜਨਾ ਹੈ ਤਾਂ ਸੱਜੇ ਹੱਥ ਦੇ ਅੰਗੂਠੇ 'ਤੇ ਨਾਲ ਦੀ ਉਂਗਲ ਦੇ ਨਾਲ ਹੀ ਦੱਬ ਕੇ ਫੜਿਆ ਜਾਣਾ ਨਾ। ਉਹਨੇ ਅੰਗੂਠਾ ਦੇ ਦਿੱਤਾ ਵੀ ਇਹ ਅਰਜਨ ਤੋਂ ਅੱਗੇ ਨਾ ਲੰਘ ਜਾਏ। ਜਿਹੜੇ ਉਦੋਂ ਉਸਤਾਦ ਹੁੰਦੇ ਸੀ ਨਾ ਵਿੱਦਿਆ ਪੜ੍ਹਾਉਣ ਵਾਲੇ, ਉਹ ਵੀ ਇੱਦਾਂ ਕਰਦੇ ਹੁੰਦੇ ਸੀ। ਜਿਸ ਵਿਦਿਆਰਥੀ ਨੂੰ ਕਹਿ ਦਿੱਤਾ ਵੀ ਤੂੰ ਵੱਡਾ ਹੈ ਅਤੇ ਦੂਜਾ ਜੇ ਉਹਦੇ ਤੋਂ ਅੱਗੇ ਨਿਕਲ ਗਿਆ ਉਹਨੂੰ ਪਿੱਛੇ ਰੱਖਣਾ ਨਹੀਂ, ਇਹਨੂੰ ਹੀ ਅੱਗੇ ਕਰਨਾ ਹੈ ਅਰਜਨ। ਨਹੀਂ ਤਾਂ ਮਹਾਭਾਰਤ ਦੇ ਜੰਗ ਦਾ ਪਾਸਾ ਕੋਈ ਹੋਰ ਹੀ ਹੋਣਾ ਸੀ। ਏਕਲਵਯ ਵੀ ਉੱਥੇ ਜਾਂਦਾ, ਉਹ ਪਹਿਲਾਂ ਹੀ ਅੰਗੂਠਾ ਲੈ ਲਿਆ ਦਰੋਣਾਚਾਰ ਨੇ। ਸੋ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਹੈ ਵੀ ਜਿਹੜੇ ਗੁਰਮੁਖ ਹੁੰਦੇ ਆ ਨਾ, ਚੌਹਾਂ ਵਰਨਾਂ ਦੇ ਵਿੱਚੋਂ ਜਿਹੜਾ ਵੀ ਆ ਜਾਏ ਉਹਨੂੰ ਸਿੱਖਿਆ ਦਿੰਦੇ ਹੈ। ਇਹ ਨਹੀਂ ਕਹਿੰਦੇ ਵੀ ਤੂੰ ਨੀਵੀਂ ਜਾਤ ਦਾ, ਤੂੰ ਸ਼ੂਦਰ ਹੈ, ਮੈਂ ਤੈਨੂੰ ਸਿਖਾਉਣਾ ਨਹੀਂ। ਇੱਦਾਂ ਨਹੀਂ ਉਹ ਕਰਦੇ। ਚੌਹ ਵਰਨਾ ਉਪਦੇਸ਼ ਸਹਿਜ ਸਮੋਧੀ ਹੈ। ਅਤੇ ਚੌਹ ਵਰਨਾਂ ਨੂੰ ਉਪਦੇਸ਼ ਦੇ ਕੇ ਸਹਿਜ ਦੇ ਵਿੱਚ ਉਹਨਾਂ ਨੂੰ ਸਮਾ ਦਿੰਦੇ ਹੈ। ਸਮੋਧੀ ਦਾ ਅਰਥ ਸਮਾਉਣਾ। ਚੌਹ ਵਰਨਾਂ ਦੇ ਵਿੱਚ ਉਹ ਸਮਾ ਜਾਂਦੇ ਹੈ। ਚੌਂ ਵਰਨਾਂ ਵਾਲੇ ਲੋਕ ਸਹਿਜ ਦੇ ਵਿੱਚ ਸਮਾ ਜਾਂਦੇ ਹੈ। ਧਨ ਜਣੇਦੀ ਮਾਓ ਜੋਧਾ ਜੋਧੀ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੀ ਮਾਂ ਜਿਹੜੀ ਜਨਮ ਦੇਣ ਵਾਲੀ ਹੈ ਗੁਰਮੁਖਾਂ ਨੂੰ, ਧਨ ਹੈ, ਜੋਧਾ ਜੋਧੀ ਹੈ। ਉਹਨੇ ਯੋਧਿਆਂ ਦੇ ਵਿੱਚੋਂ ਯੋਧਾ ਪੈਦਾ ਕੀਤਾ ਹੈ, ਯੋਧਾ ਪੁੱਤਰ ਪੈਦਾ ਕੀਤਾ ਹੈ। ਧਨ ਹੈ ਉਹ ਮਾਂ ਜਿਸ ਨੇ ਗੁਰਮੁਖ ਨੂੰ ਜਨਮ ਦਿੱਤਾ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਉਸ ਮਾਂ ਨੂੰ ਧਨ ਕਿਹਾ ਹੈ ਜਿਹੜੀ ਰੱਬੀ ਪਿਆਰੇ ਨੂੰ ਜਨਮ ਦੇਣ ਵਾਲੀ ਹੈ। ਤਿਨ ਧਨ ਜਣੇਂਦੀ ਮਾਓ ਆਏ ਸਫਲ ਸੇ। ਉਹਨਾਂ ਦੀ ਮਾਂ ਜਨਮ ਦੇਣ ਵਾਲੀ ਧਨ ਹੈ, ਬੰਦਗੀ ਕਰਕੇ ਜਿਨ੍ਹਾਂ ਨੇ ਜੀਵਨ ਸਫਲ ਬਣਾਇਆ ਹੈ। ਸੋ ਅਸੀਂ ਇੱਕ ਲੌਕਿਕ ਪ੍ਰਮਾਣ ਵੀ ਪੜ੍ਹਦੇ ਹਾਂ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵਹਿ ਨੂਰ। ਕਿ ਜੇ ਮਾਂ ਨੇ ਜਨਮ ਦੇਣਾ ਹੈ, ਭਗਤ ਪੁੱਤਰ ਨੂੰ ਜਨਮ ਦੇਵੇ, ਜਾਂ ਸੂਰਮੇ ਪੁੱਤਰ ਨੂੰ ਜਨਮ ਦੇਵੇ, ਜਾਂ ਦਾਤੇ ਪੁੱਤਰ ਨੂੰ ਜਨਮ ਦੇਵੇ। ਅਤੇ ਜੇ ਇਹਨਾਂ ਤਿੰਨਾਂ ਵਿੱਚੋਂ ਜਨਮ ਨਹੀਂ ਦੇ ਸਕਦੀ ਤਾਂ ਫਿਰ ਉਹ ਆਪਣੀ ਸੁੰਦਰਤਾ, ਨੂਰ ਅਤੇ ਸੁਹੱਪਣ ਨੂੰ ਵਿਅਰਥ ਨਾ ਗਵਾਵੇ। ਸੋ ਉਹ ਮਾਂ ਧਨ ਹੈ ਜਿਸ ਨੇ ਯੋਧਿਆਂ ਦੇ ਵਿੱਚੋਂ ਵੱਡੇ ਯੋਧੇ ਪੁੱਤਰ ਨੂੰ ਜਨਮ ਦਿੱਤਾ ਹੈ। ਗੁਰਮੁਖ ਯੋਧੇ ਹਨ, ਸੰਸਾਰ ਤੋਂ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹੈ, ਵਿਕਾਰਾਂ ਨੂੰ ਜਿੱਤ ਕੇ ਜਾਂਦੇ ਹੈ। ਅਗਲੀ 19ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਬਖਸ਼ਿਸ਼ ਕਰ ਰਹੇ ਹਨ। ਗੁਰਮੁਖ ਸਤਿਗੁਰ ਵਾਹੋ ਸ਼ਬਦ ਸਲਾਹੀਐ। ਗੁਰਮੁਖ ਪਿਆਰੇ ਸਤਿਗੁਰੂ ਦੇ, ਵਾਹਿਗੁਰੂ ਦੇ ਸ਼ਬਦ ਦੀ ਸਿਫਤ ਸਲਾਹ ਕਰਦੇ ਹੈ, ਅਥਵਾ ਸ਼ਬਦ ਦੇ ਰਾਹੀਂ ਸਤਿਗੁਰੂ ਦੀ, ਵਾਹਿਗੁਰੂ ਜੀ ਦੀ ਸਦਾ ਹੀ ਸਿਫਤ ਕਰਦੇ ਹੈ।
ਗੁਰਮੁਖ ਸਿਫਤ ਸਲਾਹ ਸੱਚੀ ਪਤ ਸਾਹੀ ਹੈ। ਗੁਰਮੁਖਾਂ ਦੇ ਕੋਲ ਸੱਚੀ ਪਾਤਸ਼ਾਹੀ ਹੈ। ਸੱਚੀ ਪਾਤਸ਼ਾਹੀ ਕਿਹੜੀ ਹੈ? ਸਿਫਤ ਸਲਾਹ ਦੀ। ਦੁਨੀਆ ਦੀਆਂ ਪਾਤਸ਼ਾਹੀਆਂ ਝੂਠੀਆਂ ਨੇ, ਅੱਜ ਕੋਈ ਰਾਜਾ ਕੱਲ੍ਹ ਨੂੰ ਕੋਈ ਹੋਰ ਹੈ। ਗੁਰਮੁਖ ਉਹਨਾਂ ਦੇ ਕੋਲ ਸੱਚੀ ਪਾਤਸ਼ਾਹੀ ਹੈ। ਉਹ ਪਾਤਸ਼ਾਹੀ ਹੈ ਰੱਬ ਦੀ ਸਿਫਤ ਸਲਾਹ ਦੀ। ਉਹ ਸੱਚੇ ਦੀ ਸਿਫਤ ਸਲਾਹ ਕਰਦੇ, ਸੱਚੇ ਵਿੱਚ ਅਭੇਦ ਹੁੰਦੇ ਹੈ। ਗੁਰਮੁਖ ਸੱਚ ਸਨਾਹੋ ਦਾਦ ਇਲਾਹੀ ਹੈ। ਗੁਰਮੁਖਾਂ ਦੇ ਕੋਲ ਸੱਚੇ ਨਾਮ ਦੀ ਸੰਜੋ ਹੈ। ਸਨਾਹੋ ਕਹਿੰਦੇ ਨੇ ਸੰਜੋ। ਪੁਰਾਣੇ ਸਮੇਂ ਵਿੱਚ ਜਦੋਂ ਯੋਧੇ ਜੰਗ ਦੇ ਮੈਦਾਨ ਨੂੰ ਜਾਂਦੇ ਸੀ ਤਾਂ ਲੋਹੇ ਦੀ ਇੱਕ ਜਾਲੀਦਾਰ ਕੁੜਤਾ ਹੁੰਦਾ ਸੀ ਜਿਹੜਾ ਆਪਣੇ ਤਨ 'ਤੇ ਪਾਉਂਦੇ ਸੀ। ਹੁਣ ਵੀ ਤੁਸੀਂ ਕਈ ਪੁਰਾਣੇ ਅਜਾਇਬ ਘਰਾਂ ਦੇ ਵਿੱਚ ਤੁਹਾਨੂੰ ਸੰਜੋ ਵੇਖਣ ਨੂੰ ਮਿਲੇਗੀ। ਲੋਹੇ ਦਾ ਜਾਲੀਦਾਰ ਕੁੜਤਾ ਉਹ ਪਾ ਲੈਂਦੇ ਸੀ। ਤੀਰ ਤਲਵਾਰ ਬਰਸ਼ੇ ਦਾ ਵਾਰ ਨਹੀਂ ਸੀ ਹੁੰਦਾ। ਅੱਜ ਕੱਲ੍ਹ ਬੁਲਟ ਪ੍ਰੂਫ ਜਾਕਟਾਂ ਆ ਗਈਆਂ ਨੇ, ਫੌਜੀ ਉਹ ਪਾਉਂਦੇ ਹੈ। ਗੁਰਮੁਖਾਂ ਦੇ ਕੋਲ ਪਰਮਾਤਮਾ ਦੇ ਸੱਚੇ ਨਾਮ ਦੀ ਸੰਜੋ ਹੈ, ਜਿਸ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਵਿਕਾਰਾਂ ਦੇ ਤੀਰ ਉਹਨਾਂ ਨੂੰ ਵਿੰਨ੍ਹ ਨਹੀਂ ਸਕਦੇ। ਦਾਦ ਇਲਾਹੀ ਹੈ। ਪਰਮਾਤਮਾ ਵੱਲੋਂ ਇਹ ਉਹਨਾਂ ਨੂੰ ਇਲਾਹੀ ਦਾਤ ਮਿਲੀ ਹੈ। ਇਹ ਇਲਾਹੀ ਦਾਤ ਹੈ ਜੋ ਗੁਰਮੁਖਾਂ ਦੇ ਕੋਲ ਹੈ। ਗੁਰਮੁਖ ਗਾਡੀ ਰਾਹੋ ਸੱਚ ਨਿਬਾਹੀ ਹੈ। ਗੁਰਮੁਖਾਂ ਦਾ ਜਿਹੜਾ ਰਸਤਾ ਹੈ ਨਾ, ਉਹ ਗਾਡੀ ਰਾਹ ਹੈ। ਗਾਡੀ ਰਾਹ ਜਿਹਦੇ 'ਤੇ ਗੱਡੀ ਚੱਲਦੀ ਹੁੰਦੀ ਬਲਦਾਂ ਵਾਲੀ, ਮਤਲਬ ਸੌਖਾ ਰਸਤਾ ਹੈ ਪ੍ਰੇਮਾ ਭਗਤੀ ਦਾ। ਇੱਥੇ ਸਰੀਰ 'ਤੇ ਸਵਾਹ ਨਹੀਂ ਮਲਣੀ ਪੈਂਦੀ, ਪੁੱਠੇ ਨਹੀਂ ਲਮਕਣਾ ਪੈਂਦਾ, ਇੱਕ ਪੈਰ 'ਤੇ ਨਹੀਂ ਖੜ੍ਹਨਾ ਪੈਂਦਾ, ਹੋਰ ਸਰੀਰ ਨੂੰ ਬਹੁਤੇ ਕਸ਼ਟ ਨਹੀਂ ਦੇਣੇ ਪੈਂਦੇ। ਗੁਰਮੁਖਾਂ ਦਾ ਰਸਤਾ ਉਹ ਗਾਡੀ ਰਾਹ ਹੈ। ਸੱਚ ਨਿਬਾਹੀ ਹੈ, ਜਿਹੜਾ ਸੱਚ ਨੂੰ ਪਹੁੰਚਾ ਦਿੰਦਾ, ਸੱਚ ਤੱਕ, ਸੱਚੇ ਵਾਹਿਗੁਰੂ ਤੱਕ ਇਹ ਰਸਤਾ ਉਹਨਾਂ ਨੂੰ ਪਹੁੰਚਾ ਦਿੰਦਾ ਹੈ। ਗੁਰਮੁਖ ਮਤ ਅਗਾਹੋ ਗਾਹਣ ਗਾਹੀ ਹੈ। ਗੁਰਮੁਖਾਂ ਦੀ ਮਤ ਬੜੀ ਡੂੰਘੀ ਹੈ। ਮਤ ਡੂੰਘੀ ਤੋਂ ਭਾਵ ਵੀ ਉਹ ਬਹੁਤ ਗਹਿਰਾ ਸੋਚਦੇ ਹੈ, ਲੰਮਾ ਸੋਚਦੇ ਹੈ। ਗੁਰਮੁਖਾਂ ਦੀ ਮਤ ਡੂੰਘੀ ਹੈ। ਜਿਵੇਂ ਸਵਾਹ ਪਈ ਹੋਵੇ ਨਾ, ਵਿੱਚ ਉਹਦੇ ਹੇਠਾਂ ਅੱਗ ਹੋਵੇ, ਅਣਜਾਣ ਬੰਦਾ ਵੀ ਇਹ ਤਾਂ ਠੰਡੀ ਹੈ, ਵਿੱਚ ਪੈਰ ਰੱਖ ਦੇਵੇ ਉਹਦਾ ਪੈਰ ਸੜ ਜਾਣਾ, ਪਰ ਉਹ ਵੇਖਦੇ ਦੇ ਵਿੱਚ ਅੱਗ ਹੋਵੇਗੀ, ਸੇਕ ਲੱਗੇਗਾ। ਗੁਰਮੁਖਾਂ ਦੀ ਮਤ ਬੜੀ ਡੂੰਘੀ ਹੈ। ਗਾਹਣ ਗਾਹੀ ਹੈ। ਗਾਹਣ ਦਾ ਭਾਵ ਹੁੰਦਾ ਵਿਚਾਰ ਕਰਨਾ, ਵਿਚਾਰਨਾ। ਚੰਗੀ ਤਰ੍ਹਾਂ ਵਿਚਾਰ ਕਰਕੇ ਸੱਚ ਨੂੰ ਗ੍ਰਹਿਣ ਕਰ ਲੈਂਦੇ, ਉਹ ਫੜ ਲੈਂਦੇ। ਸਾਰ ਅਤੇ ਅਸਾਰ ਦੀ ਵਿਚਾਰ ਕਰਕੇ ਅਸਾਰ ਨੂੰ ਛੱਡ ਦਿੰਦੇ ਆ, ਸਾਰ ਨੂੰ ਗ੍ਰਹਿਣ ਕਰ ਲੈਂਦੇ। ਭਾਵ ਉਹ ਤੱਤ ਮਿਥਿਆ ਦਾ ਵਿਵੇਚਨ ਕਰਦੇ ਹੈ। ਗੁਰਮੁਖ ਬੇਪਰਵਾਹੋ ਨਾ ਬੇਪਰਵਾਹੀ ਹੈ। ਗੁਰਮੁਖ ਲੋਕ ਸੰਸਾਰ ਵੱਲੋਂ ਬੇਪਰਵਾਹ ਰਹਿੰਦੇ ਹੈ। ਨਾ ਬੇਪਰਵਾਹੀ ਹੈ, ਪਰ ਨਿਰੰਕਾਰ ਵੱਲੋਂ ਬੇਪਰਵਾਹ ਨਹੀਂ ਹੁੰਦੇ। ਵਾਹਿਗੁਰੂ ਦੀ ਸਦਾ ਪਰਵਾਹ ਹੁੰਦੀ ਉਹਨਾਂ ਨੂੰ, ਕਿਉਂਕਿ ਵਾਹਿਗੁਰੂ ਨੇ ਬਾਂਹ ਫੜਨੀ ਹੈ ਨਾ, ਉਸੇ ਨੇ ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ। ਸੰਸਾਰ ਦੀ ਕੋਈ ਪਰਵਾਹ ਨਹੀਂ ਉਹਨਾਂ ਨੂੰ। ਕਈ ਆਏ ਕਈ ਗਏ, ਕਈ ਇੱਥੇ ਰੁੱਸੇ, ਕਈ ਉਹਨਾਂ ਦੇ ਪ੍ਰੇਮੀ ਬਣੇ, ਕਈ ਸੱਜਣ ਮਿੱਤਰ ਬਣੇ, ਕਈਆਂ ਨੇ ਵੈਰ ਵੀ ਰੱਖਿਆ ਗੁਰਮੁਖਾਂ ਦੇ ਨਾਲ। ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਸੰਸਾਰ ਵੱਲੋਂ ਬੇਪਰਵਾਹ ਹਨ ਅਤੇ ਨਿਰੰਕਾਰ ਵੱਲੋਂ ਬੇਪਰਵਾਹ ਨਹੀਂ ਹਨ। 20ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਆ ਵੀ ਗੁਰਮੁਖ ਜਿਹੜੇ ਆ ਨਾ, ਤੋਲਣ ਤੋਂ ਬੋਲਣ ਤੋਂ ਰਹਿਤ ਹਨ। ਗੁਰਮੁਖ ਪੂਰਾ ਤੋਲ ਨਾ ਤੋਲਣ ਤੋਲੀਐ। ਗੁਰਮੁਖਾਂ ਦਾ ਤੋਲ ਪੂਰਾ ਹੈ, ਨਾ ਤੋਲਣ ਤੋਲੀਐ। ਤੱਕੜੀ 'ਤੇ ਉਹਨਾਂ ਨੂੰ ਤੋਲਿਆ ਨਹੀਂ ਜਾ ਸਕਦਾ। ਭਾਵ ਇਹ ਹੈ ਕਿ ਬੁੱਧੀ ਦੀ ਤੱਕੜੀ ਵਿੱਚ ਪਾ ਕੇ ਉਹਨਾਂ ਨੂੰ ਤੋਲਿਆ ਨਹੀਂ ਜਾ ਸਕਦਾ।
ਉਹਨਾਂ ਦੀ ਅਵਸਥਾ, ਉਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ। ਉਹ ਤਾਂ ਰੱਬ ਦਾ ਰੂਪ ਹੋਏ ਨੇ, ਰੱਬ ਦੇ ਵਿੱਚ ਅਭੇਦ ਹੋਏ ਨੇ। ਗੁਰਮੁਖਾਂ ਦਾ ਤੋਲ ਪੂਰਾ ਹੈ। ਉਹ ਜਿਸ ਰਾਹ 'ਤੇ ਚੱਲਦੇ ਨੇ ਪੂਰੇ ਨੇ, ਅਧੂਰੇ ਨਹੀਂ। ਅਤੇ ਬੁੱਧੀ ਦੀ ਤੱਕੜੀ ਵਿੱਚ ਪਾ ਕੇ ਉਹਨਾਂ ਨੂੰ ਤੋਲਿਆ ਨਹੀਂ ਜਾ ਸਕਦਾ। ਗੁਰਮੁਖ ਪੂਰਾ ਬੋਲ, ਨਾ ਬੋਲਣ ਬੋਲੀਐ। ਗੁਰਮੁਖਾਂ ਦਾ ਬੋਲ ਪੂਰਾ ਹੈ। ਜੋ ਉਹਨਾਂ ਨੇ ਜ਼ੁਬਾਨ ਤੋਂ, ਰਸਨਾ ਤੋਂ ਬੋਲ ਕਰ ਦਿੱਤਾ, ਉਹ ਲੋਕ ਪਰਲੋਕ ਸੱਚਾ ਹੀ ਹੋਣਾ ਹੈ। ਰਸਨਾ ਤੋਂ ਬੋਲ ਨਿਕਲ ਗਿਆ, ਕਮਾਨ ਵਿੱਚੋਂ ਤੀਰ ਨਿਕਲ ਗਿਆ, ਬੰਦੂਕ 'ਚੋਂ ਗੋਲੀ ਨਿਕਲ ਗਈ, ਉਹ ਵਾਪਸ ਨਹੀਂ ਆਉਣੀ। ਇਤਿਹਾਸ ਦੀ ਸਾਖੀ ਤੁਸੀਂ ਸਾਰੀ ਜਾਣਦੇ ਹੋ ਨਾ। ਲਾਹੌਰ ਦੇ ਵਿੱਚ ਭਾਈ ਬੁੱਧੂ ਦਾ ਆਵਾ, ਜਦੋਂ ਉਹਨੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਅਤੇ ਇੱਕ ਸਿੱਖ ਦੇਰੀ ਨਾਲ ਆਇਆ, ਭਾਈ ਲੱਖੂ। ਉਹਨਾਂ ਕਿਹਾ ਵੀ ਹੁਣ ਤੂੰ ਦੇਰੀ ਨਾਲ ਆ ਗਿਆ, ਜਾ, ਹੁਣ ਤੈਨੂੰ ਨਹੀਂ ਪ੍ਰਸ਼ਾਦਾ ਮਿਲਣਾ। ਅਤੇ ਸਿੱਖ ਨੇ ਕਿਹਾ ਸੀ, ਬੁੱਧੂ ਸ਼ਾਹ ਤੇਰਾ ਆਵਾ ਕੱਚਾ। ਅਤੇ ਉਹ ਆਵਾ ਕੱਚਾ ਹੀ ਨਿਕਲਿਆ ਸੀ, ਇੱਟਾਂ ਦਾ ਆਵਾ। ਫਿਰ ਮਹਾਰਾਜ ਗੁਰੂ ਅਰਜਨ ਦੇਵ ਕੋਲ ਆਇਆ ਭਾਈ ਬੁੱਧੂ, ਮਹਾਰਾਜ ਤੁਸੀਂ ਤਾਂ ਕਿਹਾ ਸੀ ਵੀ ਆਵਾ ਪੱਕੇਗਾ। ਸਤਿਗੁਰੂ ਨੇ ਕਿਹਾ, ਜਦੋਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ, ਅਰਦਾਸ ਹੋਈ, ਉਦੋਂ ਕੋਈ ਗੱਲਬਾਤ ਤਾਂ ਨਹੀਂ ਹੋਈ? ਮਹਾਰਾਜ ਜਾਣਦੇ ਸੀ। ਕਹਿੰਦੇ ਹਾਂ ਮਹਾਰਾਜ, ਇੱਕ ਕਮਲਾ ਜਿਹਾ ਸੀ ਸਿੱਖ ਕਹਾਉਂਦਾ ਆਪਣੇ ਆਪ ਨੂੰ, ਉਹ ਕਹਿੰਦਾ ਸੀ ਤੇਰਾ ਆਵਾ ਕੱਚਾ ਰਹਿਣਾ। ਪਾਤਸ਼ਾਹ ਜੀ ਕਹਿੰਦੇ ਉਹ ਕਮਲਾ ਨਹੀਂ, ਉਹ ਭਾਈ ਲੱਖੂ ਹੈ। ਪਰਮੇਸ਼ਰ ਦੇ ਵਿੱਚ ਅਭੇਦ ਹੋਇਆ, ਉਹਨੇ ਬੋਲ ਕਿਹਾ। ਮਹਾਰਾਜ ਕਹਿੰਦੇ ਹੁਣ ਕੁਛ ਨਹੀਂ ਇਲਾਜ ਹੋਣਾ। ਉਹਨੂੰ ਤਾਂ, ਉਹਦੇ ਬੋਲਾਂ ਨੂੰ ਤਾਂ ਅਸੀਂ ਵੀ ਨਹੀਂ ਫੇਰ ਸਕਦੇ। ਹਾਂ ਇੰਨਾ ਜ਼ਰੂਰ ਹੈ ਵੀ ਤੇਰੀਆਂ ਜਿਹੜੀਆਂ ਕੱਚੀਆਂ ਇੱਟਾਂ ਨੇ ਨਾ, ਉਹ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਰੱਬ ਦੀ ਦੇਵਨੇਤ ਸੰਮਣ ਬੁਰਜ ਦੀ ਕੰਧ ਡਿੱਗ ਗਈ। ਉੱਥੇ ਬਹੁਤ ਜ਼ਿਆਦਾ ਇੱਟਾਂ ਦੀ ਲੋੜ ਸੀ। ਉਦੋਂ ਭਾਈ ਬੁੱਧੂ ਦੀਆਂ ਫਿਰ ਕੱਚੀਆਂ ਇੱਟਾਂ ਪੱਕਿਆਂ ਦੇ ਭਾਅ ਵਿਕ ਗਈਆਂ ਸੀ। ਉਹਨੂੰ ਓਨਾ ਹੀ ਲਾਭ ਹੋ ਗਿਆ। ਗੁਰਮੁਖਾਂ ਦਾ ਬੋਲ ਪੂਰਾ ਹੈ, ਕਿਉਂਕਿ ਗੁਰਮੁਖ ਜਿਹੜੇ ਹੈ ਨਾ, ਉਹ ਰਸਨਾ ਤੋਂ ਸਿਮਰਨ ਕਰਦੇ, ਨਾਮ ਜਪਦੇ, ਬਾਣੀ ਪੜ੍ਹਦੇ। ਅਤੇ ਜਿਸ ਰਸਨਾ ਤੋਂ ਬਾਣੀ ਪੜ੍ਹੀ ਜਾਵੇ, ਨਾਮ ਜਪਿਆ ਜਾਵੇ, ਉਸ ਰਸਨਾ ਤੋਂ ਸੁਭਾਵਿਕ ਬੋਲ ਪੂਰੇ ਹੋ ਜਾਂਦੇ ਆ। ਗੁਰਮੁਖਾਂ ਦਾ ਬੋਲ ਪੂਰਾ ਹੈ, ਨਾ ਬੋਲਣ ਬੋਲੀਐ। ਉਹ ਵਿਅਰਥ ਬੋਲ ਨਹੀਂ ਬੋਲਦੇ, ਐਵੇਂ ਨਹੀਂ ਬੋਲੀ ਜਾਂਦੇ। ਗੁਰਮੁਖ ਮਤ ਅਡੋਲ, ਨਾ ਡੋਲਣ ਡੋਲੀਐ। ਗੁਰਮੁਖਾਂ ਦੀ ਮਤ ਅਡੋਲ ਹੈ, ਉਹਨਾਂ ਦੀ ਬੁੱਧੀ ਅਡੋਲ ਹੈ, ਨਾ ਡੋਲਣ ਡੋਲੀ ਹੈ। ਜੇ ਕੋਈ ਉਹਨੂੰ ਡੁਲਾਉਣ ਦਾ ਯਤਨ ਵੀ ਕਰੇ ਤਾਂ ਵੀ ਉਹ ਕਦੇ ਵੀ ਉਹਨਾਂ ਦੀ ਬੁੱਧੀ ਡੋਲਦੀ ਨਹੀਂ ਹੈ। ਗੁਰਮੁਖ ਪਿਰਮ ਅਮੋਲ, ਨਾ ਮੋਲਣ ਮੋਲੀਐ। ਗੁਰਮੁਖਾਂ ਦਾ ਪ੍ਰੇਮ ਅਮੋਲਕ ਹੈ। ਜੋ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਹੈ, ਉਹ ਅਮੋਲਕ ਹੈ, ਨਾ ਮੋਲਣ ਮੋਲੀ ਹੈ। ਕਿਸੇ ਮੁੱਲ ਨਾਲ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਕਿਸੇ ਪਦਾਰਥਾਂ ਦੇ ਵੱਟੇ, ਦੁਨੀਆ ਦੀ ਦੌਲਤ ਦੇ ਵੱਟੇ ਉਸ ਪ੍ਰੇਮ ਨੂੰ ਕਦੇ ਖਰੀਦਿਆ ਨਹੀਂ ਜਾ ਸਕਦਾ। ਪਾਤਸ਼ਾਹ ਦਾ ਬਚਨ ਹੈ, ਸੰਮਨ ਜਾਓ ਇਸ ਪ੍ਰੇਮ ਕੀ ਦਮ ਕਿਹੁ ਹੋਥੀ ਸਾਟ। ਰਾਵਨ ਹੋਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ। ਭਾਈ ਸੰਮਨ ਅਤੇ ਮੂਸਨ ਨੂੰ ਉਪਦੇਸ਼ ਦਿੱਤਾ ਗੁਰੂ ਅਰਜਨ ਦੇਵ ਜੀ ਨੇ। ਸਾਖੀ ਬੜੀ ਉਹਨਾਂ ਦੇ ਇਤਿਹਾਸ ਵਿੱਚ ਲੰਮੀ ਹੈ। ਸੰਮਨ ਜਾਓ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ। ਮਹਾਰਾਜ ਕਹਿੰਦੇ ਭਾਈ ਸੰਮਨ, ਜਿਹੜਾ ਪ੍ਰੇਮ ਹੈ ਨਾ, ਇਹ ਦਮੜਿਆਂ ਦੇ ਨਾਲ ਨਹੀਂ ਮਿਲਦਾ। ਦਮੜਿਆਂ ਦੇ ਬਦਲੇ, ਮਾਇਆ ਦੇ ਬਦਲੇ ਪ੍ਰੇਮ ਨਹੀਂ ਖਰੀਦਿਆ ਜਾ ਸਕਦਾ। ਰਾਵਣ ਹੁਤੇ ਸੋ ਰੰਕ ਨਹਿ। ਰਾਵਣ ਕੋਈ ਗਰੀਬ ਨਹੀਂ ਸੀ, ਕੰਗਾਲ ਨਹੀਂ ਸੀ। ਜਿਨ ਸਿਰ ਦੀਨੇ ਕਾਟ। ਸ਼ਿਵ ਜੀ ਦੀ ਆਰਾਧਨਾ ਕਰਦਿਆਂ ਹੋਇਆਂ 10 ਵਾਰਾਂ ਸਿਰ ਕੱਟ ਕੇ ਦਿੱਤੇ ਸੀ ਰਾਵਣ ਨੇ। ਸਿਰ ਦਿੱਤਾ ਸੀ ਉਹਨੇ, ਐਵੇਂ ਨਹੀਂ ਸੀ 10 ਸਿਰ ਉਸ ਨੂੰ ਮਿਲੇ। ਕਥਾਵਾਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰੇਮ ਜੋ ਹੈ ਨਾ ਗੁਰਮੁਖ ਦੇ ਹਿਰਦੇ ਵਿੱਚ, ਉਹ ਅਮੋਲਕ ਹੈ, ਕਿਸੇ ਮੁੱਲ ਨਾਲ ਉਹ ਖਰੀਦਿਆ ਨਹੀਂ ਜਾ ਸਕਦਾ। ਗੁਰਮੁਖ ਪੰਥ ਨਿਰੋਲ, ਨਾ ਰੋਲਣ ਰੋਲੀਐ। ਗੁਰਮੁਖਾਂ ਦਾ ਪੰਥ ਹੈ, ਜੋ ਰਸਤਾ ਹੈ, ਉਹ ਨਿਰੋਲ ਦਾ ਅਰਥ ਸ਼ੁੱਧ ਹੈ। ਪ੍ਰੇਮਾ ਭਗਤੀ ਕਰਦੇ, ਉਹਦੇ 'ਚ ਕੋਈ ਪਖੰਡ ਨਹੀਂ ਹੈ। ਗੁਰੂ ਨੂੰ ਨਤਮਸਤਕ ਹੋਣਾ, ਪਰਿਕਰਮਾ ਕਰਨੀਆਂ, ਗੁਰੂ ਚਰਨਾਂ 'ਚ ਅਰਦਾਸ ਕਰਨੀ, ਗੁਰੂ ਦੇ ਨਿਮਿਤ
ਭੋਜਨ ਪ੍ਰਸ਼ਾਦਾ ਛਕਾਉਣਾ ਕੋਈ ਮਿਲਾਵਟ ਨਹੀਂ ਹੈ। ਗੁਰਮੁਖਾਂ ਦਾ ਪੰਥ ਰਸਤਾ ਸ਼ੁੱਧ ਹੈ, ਨਾ ਰੋਲਣ ਰੋਲੀਐ, ਅਤੇ ਕਿਸੇ ਦੇ ਰੁਲਾਇਆਂ ਇਹ ਰੁਲਦਾ ਵੀ ਨਹੀਂ ਹੈ। ਜੇ ਕੋਈ ਕਵੇ ਵੀ ਇਹਦੇ ਵਿੱਚ ਪਖੰਡ ਵਿੱਚ ਪਾ ਦਈਏ, ਇਸ ਰਸਤੇ ਵਿੱਚ ਨਹੀਂ। ਕੋਈ ਰੋਲਣ ਦਾ ਯਤਨ ਕਰੇ, ਉਸ ਪੰਥ ਨੂੰ ਰੋਲਿਆ ਨਹੀਂ ਜਾ ਸਕਦਾ। ਗੁਰਮੁਖ ਸ਼ਬਦ ਅਲੋਲ, ਪੀ ਅੰਮ੍ਰਿਤ ਝੋਲੀਐ। ਗੁਰਮੁਖ ਸ਼ਬਦ ਅਲੋਲ, ਗੁਰਮੁਖਾਂ ਦਾ ਜਿਹੜਾ ਸ਼ਬਦ ਹੈ ਅਲੋਲ, ਕਹਿੰਦੇ ਸਦਾ ਟਿਕਿਆ ਰਹਿਣ ਵਾਲਾ, ਸਥਿਰ ਹੈ। ਗੁਰਮੁਖਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਸਦਾ ਹੀ ਟਿਕਿਆ ਹੋਇਆ ਹੈ। ਪੀ ਅੰਮ੍ਰਿਤ ਝੋਲੀਐ, ਝੋਲੀਐ ਦਾ ਅਰਥ ਹੁੰਦਾ ਨਾ, ਜਿਵੇਂ ਪਾਣੀ ਦੇ ਉੱਤੇ ਕੋਈ ਉੱਤੇ ਬੂਰ ਆ ਜਾਂਦਾ ਹੈ, ਉਹਨੂੰ ਪਾਸੇ ਕਰਕੇ ਅਤੇ ਪਾਣੀ ਨੂੰ ਨਿਤਾਰ ਕੇ ਪੀ ਲੈਣਾ। ਇਸੇ ਤਰ੍ਹਾਂ ਵਿਕਾਰਾਂ ਦੇ ਬੂਰ ਨੂੰ ਪਾਸੇ ਹਟਾ ਕੇ ਗੁਰਮੁਖ ਨਾਮ ਅੰਮ੍ਰਿਤ ਨੂੰ ਸਦਾ ਹੀ ਪੀਂਦੇ ਰਹਿੰਦੇ ਹੈ। 19ਵੀਂ ਵਾਰ ਦੀ ਅਖੀਰਲੀ 1ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਹੁਣ ਬਖਸ਼ਿਸ਼ ਕਰ ਰਹੇ ਹੈ। ਗੁਰਮੁਖ ਸੁਖ ਫਲ ਪਾਏ, ਸਭ ਫਲ ਪਾਇਆ। ਗੁਰਮੁਖਾਂ ਨੇ ਸਿਮਰਨ ਕਰਦਿਆਂ ਹੋਇਆਂ ਸੁਖ ਫਲ ਦੀ ਪ੍ਰਾਪਤੀ ਕੀਤੀ ਹੈ, ਆਤਮ ਫਲ ਦੀ ਪ੍ਰਾਪਤੀ ਕੀਤੀ ਹੈ, ਸਭ ਫਲ ਪਾਇਆ, ਅਤੇ ਉਹਨਾਂ ਨੇ ਸਾਰੇ ਹੀ ਫਲ ਪ੍ਰਾਪਤ ਕਰ ਲਏ ਹੈ। ਉਹਨਾਂ ਨੂੰ ਦੁਨੀਆ ਦੇ ਪਦਾਰਥਾਂ ਦੀ ਲਾਲਸਾ ਨਹੀਂ, ਇੱਧਰ ਉੱਧਰ ਦੀਆਂ ਵਡਿਆਈਆਂ ਦੀ ਕੋਈ ਇੱਛਾ ਨਹੀਂ ਹੁੰਦੀ, ਉਹ ਸਾਰੇ ਹੀ ਫਲ ਇਹਦੇ ਵਿੱਚ ਪਾ ਲੈਂਦੇ ਹੈ। ਰੰਗ ਸੁਰੰਗ ਚੜ੍ਹਾਏ, ਸਭ ਰੰਗ ਲਾਇਆ। ਰੰਗਾਂ ਦੇ ਵਿੱਚੋਂ ਸ੍ਰੇਸ਼ਟ ਪ੍ਰੇਮ ਦਾ ਰੰਗ ਉਹਨਾਂ ਨੇ ਆਪਣੇ ਮਨ ਰੂਪੀ ਬਸਤਰ 'ਤੇ ਚਾੜ੍ਹ ਲਿਆ ਹੈ। ਸਭ ਰੰਗ ਲਾਇਆ, ਅਤੇ ਸਾਰੇ ਹੀ ਰੰਗ ਭਾਗ ਉਹਨਾਂ ਨੇ ਲਾ ਲਏ ਆਪਣੇ ਜੀਵਨ 'ਤੇ, ਮਨ ਨੂੰ ਸਾਰੇ ਰੰਗ ਭਾਗ ਉਹਨਾਂ ਨੂੰ ਲੱਗ ਗਏ ਹੈ, ਕਿਉਂਕਿ ਸ੍ਰੇਸ਼ਟ ਪ੍ਰੇਮ ਰੰਗ ਮਨ ਦੇ ਬਸਤਰ ਨੂੰ ਉਹਨਾਂ ਨੇ ਚਾੜ੍ਹ ਲਿਆ ਹੈ। ਗੰਧ ਸੁਗੰਧ ਸਮਾਏ, ਬੋਹੇ ਬੋਹਾਇਆ। ਸੋ ਗੰਧ ਸੁਗੰਧ ਸਮਾਏ, ਗੁਰਮੁਖ ਪਿਆਰੇ ਸੁਗੰਧੀ ਦੇ ਵਿੱਚੋਂ ਸ੍ਰੇਸ਼ਟ ਸੁਗੰਧੀ ਦੇ ਵਿੱਚ ਸਦਾ ਸਮਾਏ ਰਹਿੰਦੇ ਹੈ, ਭਗਤੀ ਦੀ ਸੁਗੰਧੀ ਦੇ ਵਿੱਚ ਲੀਨ ਰਹਿੰਦੇ ਹੈ। ਅਤੇ ਇਹ ਜਿਹੜੀ ਸੁਗੰਧੀ ਹੈ ਨਾ, ਬੋਹੇ ਬੁਹਾਇਆ, ਇਹਦੇ ਨਾਲ ਹੋਰਾਂ ਨੂੰ ਵੀ ਸੁਗੰਧਿਤ ਕਰਦੇ ਹੈ। ਜਿਵੇਂ ਚੰਦਨ ਹੁੰਦਾ ਹੋਰਾਂ ਨੂੰ ਸੁਗੰਧੀ ਦਿੰਦਾ, ਗੁਰਮੁਖ ਹੋਰਾਂ ਨੂੰ ਵੀ ਨਾਮ ਬਾਣੀ ਦੀ ਸੁਗੰਧੀ ਦੇ ਨਾਲ ਸੁਗੰਧਿਤ ਕਰ ਦਿੰਦੇ ਹੈ। ਅੰਮ੍ਰਿਤ ਰਸ ਤ੍ਰਿਪਤਾਏ, ਸਭ ਰਸ ਆਇਆ। ਅੰਮ੍ਰਿਤ ਰਸ, ਨਾਮ ਰਸ ਨੂੰ ਪੀ ਕੇ ਗੁਰਮੁਖ ਤ੍ਰਿਪਤ ਹੋਏ ਹੈ, ਇਸ ਲਈ ਉਹਨਾਂ ਨੂੰ ਸਾਰੇ ਹੀ ਰਸ ਆ ਗਏ ਹੈ। ਹੋਰ ਦੁਨੀਆ ਦੇ ਰਸਾਂ ਕਸਾਂ ਵਿੱਚ ਨਹੀਂ ਫਸਦੇ, ਸਾਰੇ ਰਸ ਗੁਰਮੁਖਾਂ ਨੇ ਮਾਣ ਲਏ ਹੈ। ਸ਼ਬਦ ਸੁਰਤ ਲਿਵ ਲਾਏ, ਅਨਹਦ ਵਾਇਆ। ਸ਼ਬਦ ਦੀ ਸੁਰਤ ਦੇ ਵਿੱਚ ਲਿਵ ਲਾ ਕਰਕੇ ਗੁਰਮੁਖ ਪਿਆਰੇ ਸਦਾ ਹੀ ਅਨਹਦ ਵਾਇਆ ਦਾ ਅਰਥ ਜੋ ਵਾਜੇ ਨੇ ਉਹਨਾਂ ਨੂੰ ਸੁਣਦੇ ਹੈ। ਅਨਹਦ ਧੁਨੀ ਨੂੰ ਸਦਾ ਹੀ ਗੁਰਮੁਖ ਪਿਆਰੇ ਸੁਣਦੇ ਰਹਿੰਦੇ ਹੈ। ਸ਼ਬਦ ਸੁਰਤ ਦੇ ਵਿੱਚ ਪ੍ਰੀਤ ਕਰਕੇ ਲਿਵ ਲਾਉਂਦੇ ਹੈ, ਸਦਾ ਹੀ ਤਾਰ ਲਾਈ ਰੱਖਦੇ ਹੈ, ਅਤੇ ਜਿਸ ਅਵਸਥਾ ਵਿੱਚ ਉਹ ਪਹੁੰਚੇ ਹੁੰਦੇ ਹੈ ਉੱਥੇ ਉਹ ਅਨਹਦ ਵਾਜੇ ਸੁਣਦੇ ਹੈ। ਨਿਜ ਘਰ ਨੇਹ ਚਲ ਜਾਏ, ਨਾ ਦਹਿ ਦਿਸ ਧਾਇਆ। ਅਤੇ ਗੁਰਮੁਖਾਂ ਨੂੰ ਕੀ ਫਲ ਮਿਲਦਾ ਹੈ? ਨਿਜ ਘਰ ਨਿਹ ਚਲ ਜਾਏ, ਆਪਣੇ ਅਚਲ ਘਰ ਦੇ ਵਿੱਚ ਸਦਾ ਲਈ ਉਹ ਚਲੇ ਜਾਂਦੇ ਹੈ। ਨਾ ਦਹਿ ਦਿਸ ਧਾਇਆ, ਅਤੇ ਇੱਧਰ ਉੱਧਰ ਦਸਾਂ ਦਿਸ਼ਾਵਾਂ ਦੇ ਵਿੱਚ ਕਦੇ ਵੀ ਦੌੜਦੇ ਭੱਜਦੇ ਨਹੀਂ। ਬਾਹਰ ਢੂੰਡਣ ਅਤੇ ਛੁਟਕ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਉਹ ਬਾਹਰ ਭਰਮ ਭਟਕਣ ਤੋਂ ਰਹਿਤ ਹੋ ਜਾਂਦੇ ਹੈ, ਭਟਕਣਾ ਉਹਨਾਂ ਦੀ ਮੁੱਕ ਜਾਂਦੀ ਹੈ। ਨਿਜ ਘਰ ਵਿੱਚ ਅਡੋਲ ਅਚਲ ਘਰ ਦੇ ਵਿੱਚ ਸਦਾ ਲਈ ਗੁਰਮੁਖ ਪਿਆਰੇ ਟਿਕ ਜਾਂਦੇ ਹੈ। ਸੋ ਇਹ 19ਵੀਂ ਵਾਰ ਜੋ ਹੈ ਇੱਥੇ ਸੰਪੂਰਨ ਹੋਈ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ ਜੀ। ਸ਼ਬਦ ਸੁਰਤ ਲਿਵ ਲਾਏ, ਅਨਹਦ ਵਾਇਆ।
ਨਿਜ ਘਰ ਨਿਹ ਚਲ ਜਾਏ, ਨਾ ਦਹਿ ਦਿਸ ਧਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।